हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਅਗਰ ਤੁਸੀਂ ਕੋਈ ਵੀ ਮੈਡੀਕਲ ਜਾਂ ਪੈਰਾਮੈਡੀਕਲ ਕੋਰਸ ਕਰ ਰਹੇ ਹੋ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ। ਇਸ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਅਲਟਰਾਸਾਊਂਡ। ਅਲਟਰਾਸਾਊਂਡ ਬਾਰੇ ਤੁਸੀਂ ਡਿਟੇਲ 'ਚ ਇਸ ਵੀਡੀਓ ਵਿੱਚ ਜਾਣੋਗੇ ਔਰ ਉਹ ਵੀ ਪੰਜਾਬੀ ਦੇ ਵਿੱਚ। ਠੀਕ ਹੈ ਜੀ। ਕਿਸੇ ਵੀ ਮੈਡੀਕਲ ਦੇ ਟੌਪਿਕ ਨੂੰ ਸਮਝਣ ਦੇ ਲਈ ਪੰਜਾਬੀ ਦੇ ਵਿੱਚ ਤਾਂ ਹਮੇਸ਼ਾ ਲਈ ਚੈਨਲ ਦੇ ਨਾਲ ਜੁੜ ਜਾਵੋ। ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ। ਸੋ ਸ਼ੁਰੂ ਕਰਦੇ ਹਾਂ ਅਲਟਰਾਸਾਊਂਡ। ਹਾਂਜੀ, ਅਲਟਰਾਸਾਊਂਡ ਕੀ ਹੈ? ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੀ ਅਲਟਰਾਸਾਊਂਡ ਹੁੰਦੀ ਹੈ ਇੱਕ ਡਾਇਗਨੋਸਟਿਕ ਟੈਸਟ ਹੁੰਦਾ। ਠੀਕ ਹੈ, ਮਤਲਬ ਇਹਦੇ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਅੰਦਰ ਕੋਈ ਡਿਜ਼ੀਜ਼ ਹੈ ਜਾਂ ਨਹੀਂ ਹੈ। ਜ਼ਿਆਦਾਤਰ ਤੁਸੀਂ ਸੁਣਿਆ ਹੋਵੇਗਾ ਜਦੋਂ ਪੇਟ ਦੇ ਦਰਦ ਦੀ ਸਮੱਸਿਆ ਨਾਲ ਆਪਾਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਦੁਆਰਾ ਆਪਾਂ ਨੂੰ ਅਲਟਰਾਸਾਊਂਡ ਰਿਕਮੈਂਡ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਗਰਭਵਤੀ ਔਰਤ ਦੇ ਵਿੱਚ ਬੱਚੇ ਦੀ ਸਥਿਤੀ ਜਾਣਨ ਵਾਸਤੇ ਵੀ ਅਲਟਰਾਸਾਊਂਡ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ। ਠੀਕ ਹੈ ਜੀ। ਪ੍ਰੈਗਨੈਂਟ ਔਰਤਾਂ ਨੂੰ ਅਲਟਰਾਸਾਊਂਡ 2-3 ਵਾਰ ਉਹਨਾਂ ਦੇ ਪੂਰੇ ਟਾਈਮ ਸਪੈਂਚ ਕਰਵਾਉਣੀ ਪੈਂਦੀ ਹੈ। ਅਲਟਰਾਸਾਊਂਡ ਨੂੰ ਜ਼ਿਆਦਾਤਰ USG ਲਿਖਿਆ ਹੁੰਦਾ ਹੈ, ਜਿਸ ਦਾ ਭਾਵ ਹੁੰਦਾ ਹੈ ਅਲਟਰਾਸੋਨੋਗ੍ਰਾਫੀ। ਇਹਦੇ ਵਿੱਚ ਬਹੁਤ ਹਾਈ ਫ੍ਰੀਕੁਐਂਸੀ ਵਾਲੀਆਂ ਸਾਊਂਡ ਵੇਵਜ਼ ਯੂਜ਼ ਕੀਤੀਆਂ ਜਾਂਦੀਆਂ ਹਨ, ਜੋ ਕਿ ਅੰਦਰੋਂ ਇਮੇਜ ਲੈ ਕੇ ਡਾਕਟਰ ਨੂੰ ਇੱਕ ਕਿਸੇ ਵੀ ਤਰ੍ਹਾਂ ਦੀ ਸਥਿਤੀ ਜਿਹੜੀ ਹੈਗੀ ਜਾਣਨ ਦੇ ਵਿੱਚ ਸਹਾਈ ਹੁੰਦੀਆਂ ਹਨ। ਠੀਕ ਹੈ ਜੀ। ਸੋ ਇਹ ਇੱਕ ਇਮੇਜਿੰਗ ਡਾਇਗਨੋਸਟਿਕ ਟੈਕਨੀਕ ਹੈ। ਇਸ ਵਿੱਚ ਯੂਜ਼ ਹੋਣ ਵਾਲੀਆਂ ਵੇਵਜ਼ ਦੀ ਫ੍ਰੀਕੁਐਂਸੀ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਹਿਊਮਨ ਹੈ ਉਸ ਦੀ ਸੁਣਨ ਦੀ ਜਿਹੜੀ ਰੇਂਜ ਹੈ ਫ੍ਰੀਕੁਐਂਸੀ ਦੀ ਸਾਊਂਡ ਵੇਵ ਦੀ, ਉਹ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੈ। ਮਤਲਬ ਆਪਾਂ ਨਿਊਨਤਮ ਘੱਟ ਤੋਂ ਘੱਟ 20 ਹਰਟਜ਼ ਅਤੇ ਵੱਧ ਤੋਂ ਵੱਧ 20,000 ਹਰਟਜ਼ ਫ੍ਰੀਕੁਐਂਸੀ ਜਿਹੜੀ ਹੁੰਦੀ ਹੈ ਉਹਦੀਆਂ ਵੇਵਜ਼ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਸੁਣਨ ਦੇ ਲਈ। ਮਤਲਬ ਇਹ ਆਪਣੀ ਔਡੀਬਲ ਰੇਂਜ ਹੈ। ਓਕੇ, ਪਰ ਜਿਹੜੀਆਂ ਅਲਟਰਾਸਾਊਂਡ ਵੇਵਜ਼ ਹੁੰਦੀਆਂ ਨੇ ਉਹਨਾਂ ਦੀ ਫ੍ਰੀਕੁਐਂਸੀ 20,000 ਹਰਟਜ਼ ਤੋਂ ਵੀ ਜ਼ਿਆਦਾ ਹੁੰਦੀ ਹੈ। ਓਕੇ, ਹੁਣ ਗੱਲ ਕਰਾਂਗੇ ਪ੍ਰੋਡਕਸ਼ਨ ਦੇ ਬਾਰੇ ਕਿ ਇਹ ਅਲਟਰਾਸਾਊਂਡ ਵੇਵ ਦੀ ਪ੍ਰੋਡਕਸ਼ਨ ਕਿਵੇਂ ਕੀਤੀ ਜਾਂਦੀ ਹੈ। ਸੋ ਅਲਟਰਾਸਾਊਂਡ ਵੇਵ ਜਿਹੜੀ ਹੈਗੀ ਆ ਦੈਟ ਇਜ਼ ਪ੍ਰੋਡਿਊਸਡ ਬਾਈ ਅ ਟਰਾਂਸਡਿਊਸਰ। ਓਕੇ, ਟਰਾਂਸਡਿਊਸਰ ਇੱਕ ਡਿਵਾਈਸ ਹੈ। ਓਕੇ, ਵਿਚ ਵਰਕਸ ਔਨ ਦਾ ਪ੍ਰਿੰਸੀਪਲ। ਹਰ ਡਿਵਾਈਸ ਕਿਸੇ ਨਾ ਕਿਸੇ ਸਿਧਾਂਤ ਦੇ ਉੱਪਰ ਕੰਮ ਕਰਦੀ ਹੈ। ਤਾਂ ਟਰਾਂਸਡਿਊਸਰ ਦੇ ਕੰਮ ਕਰਨ ਦਾ ਜੋ ਸਿਧਾਂਤ ਹੈ ਉਹ ਹੈ ਪੀਜੋ ਇਲੈਕਟ੍ਰਿਕ ਇਫੈਕਟ। ਓਕੇ, ਜੋ ਆਪਾਂ ਅੱਗੇ ਕਰਨ ਜਾ ਰਹੇ ਹਾਂ ਕਿ ਪੀਜੋ ਇਲੈਕਟ੍ਰਿਕ ਇਫੈਕਟ ਕੀ ਹੁੰਦਾ ਹੈ। ਸੋ ਗੱਲ ਕਰੀਏ ਪੀਜੋ ਇਲੈਕਟ੍ਰਿਕ ਇਫੈਕਟ ਦੀ। ਇਫ ਵੋਲਟੇਜ ਇਜ਼ ਅਪਲਾਈਡ ਅਕਰੋਸ ਦਾ ਕ੍ਰਿਸਟਲ ਆਫ ਸਰਟਨ ਮਟੀਰੀਅਲ ਸੱਚ ਐਸ ਕੁਆਰਟਜ਼ ਐਂਡ ਲੈਡ ਜਰਕੋਨੇਟ ਟਾਈਟਰੇਟ PZT, pressure waves of the frequency of ultrasound waves are generated and vice versa। ਸੋ ਇਸ ਦਾ ਕੀ ਭਾਵ ਹੋਇਆ ਕਿ ਜਦੋਂ ਆਪਾਂ ਲੈਡ ਜਰਕੋਨੇਟ ਟਾਈਟਰੇਟ ਦੇ ਜਾਂ ਫਿਰ ਕੁਆਰਟਜ਼ ਦੇ ਕ੍ਰਿਸਟਲ ਦੇ ਵਿੱਚ ਦੀ ਵੋਲਟੇਜ ਅਪਲਾਈ ਕਰਦੇ ਹਾਂ ਤਾਂ ਉਦੋਂ ਪ੍ਰੈਸ਼ਰ ਵੇਵਸ ਆਫ ਹਾਈ ਫ੍ਰੀਕੁਐਂਸੀ ਜਿਹੜੀ ਹੈਗੀ ਨਾ ਉਹ ਪੈਦਾ ਹੁੰਦੀਆਂ ਨੇ। ਠੀਕ ਹੈ, ਜਨਰੇਟ ਹੁੰਦਾ ਮਤਲਬ ਪੈਦਾ ਹੋਣਾ। ਇਸ ਤਰ੍ਹਾਂ ਗੱਲ ਕਰੀਏ ਟਰਾਂਸਡਿਊਸਰ ਦੀ, ਇਹ ਵੀ ਇੱਕ ਡਿਵਾਈਸ ਹੈ ਜੋ ਕੀ ਕਰਦੀ ਹੈ ਕਨਵਰਟ ਇਲੈਕਟ੍ਰੀਕਲ ਐਨਰਜੀ ਇਨਟੂ ਅਲਟਰਾਸਾਊਂਡ ਐਨਰਜੀ। ਮਤਲਬ ਇਹ ਬਿਜਲਈ ਊਰਜਾ ਨੂੰ ਅਲਟਰਾਸਾਊਂਡ ਊਰਜਾ ਦੇ ਵਿੱਚ ਬਦਲਦੀ ਹੈ। ਟਰਾਂਸਡਿਊਸਰ ਇਨ ਅਟੈਚ ਟੂ ਦਾ ਸੋਰਸ ਆਫ ਹਾਈ ਫ੍ਰੀਕੁਐਂਸੀ ਕਰੰਟ। ਟਰਾਂਸਡਿਊਸਰ ਨੂੰ ਹਾਈ ਫ੍ਰੀਕੁਐਂਸੀ ਕਰੰਟ ਦੇ ਸੋਰਸ ਨਾਲ ਅਟੈਚ ਕੀਤਾ ਜਾਂਦਾ ਹੈ। ਵਿਚ ਇਜ਼ ਕਨਵੇਡ ਟੂ ਦਾ ਟਰਾਂਸਡਿਊਸਰ ਬਾਏ ਕੋਕਸੀਅਲ ਕੇਬਲ। ਕੇਬਲ ਤੋਂ ਭਾਵ ਹੁੰਦਾ ਇੱਕ ਤਾਰ। ਠੀਕ ਹੈ, ਦਾ PZT ਜਿਹਨੂੰ ਆਪਾਂ ਕੀ ਕਿਹਾ ਸੀ ਹੁਣੇ, ਲੈਡ ਜਰਕੋਨੇਟ ਟਾਈਟਰੇਟ ਕ੍ਰਿਸਟਲ ਪ੍ਰੈਜੈਂਟ ਇਨ ਦਾ ਟਰਾਂਸਡਿਊਸਰ। ਮਤਲਬ ਇਹ ਕ੍ਰਿਸਟਲ ਟਰਾਂਸਡਿਊਸਰ ਦੇ ਵਿੱਚ ਪ੍ਰੈਜੈਂਟ ਹੁੰਦੇ ਨੇ। ਠੀਕ ਹੈ, ਪ੍ਰੋਡਿਊਸ ਅਲਟਰਾਸਾਊਂਡ ਵੇਵ ਬਾਈ ਕਨਵਰਟਿੰਗ ਇਲੈਕਟ੍ਰੀਕਲ ਐਨਰਜੀ ਇਨਟੂ ਵੇਵ ਐਨਰਜੀ। ਮਤਲਬ ਇਹ ਬਿਜਲਈ ਊਰਜਾ ਨੂੰ ਵੇਵ ਊਰਜਾ ਦੇ ਵਿੱਚ ਕਨਵਰਟ ਕਰਕੇ ਅਲਟਰਾਸਾਊਂਡ ਵੇਵ ਤਿਆਰ ਕਰਦੇ ਨੇ। ਨੈਕਸਟ ਆਪਣਾ ਆਉਂਦਾ ਹੈ ਕਲੀਨਿਕਲ ਯੂਜ਼ਸ ਆਫ ਅਲਟਰਾਸਾਊਂਡ। ਕਲੀਨਿਕਲ ਸੈਟਅਪ ਦੇ ਵਿੱਚ ਮਤਲਬ ਹੌਸਪੀਟਲ ਦੇ ਵਿੱਚ ਅਲਟਰਾਸਾਊਂਡ ਦੀ ਕੀ ਵਰਤੋਂ ਹੈ। ਪਹਿਲਾ ਹੈ ਦੇ ਅਲਟਰਾਸਾਊਂਡ ਹੈਵ ਫੋਲੋਇੰਗ ਇਫੈਕਟ ਔਨ ਦਾ ਲਿਵਿੰਗ ਟਿਸ਼ੂ। ਨੰਬਰ 1 ਹੈ ਦੇ ਕਾਜ਼ ਹੀਟਿੰਗ ਆਫ ਦਾ ਟਿਸ਼ੂ। ਮਤਲਬ ਜਿਸ ਪਾਰਟ ਦੀ ਅਲਟਰਾਸਾਊਂਡ ਕੀਤੀ ਜਾਂਦੀ ਹੈ ਉੱਥੇ ਇਹ ਉਸ ਟਿਸ਼ੂ ਨੂੰ ਥੋੜ੍ਹਾ ਹੀਟ ਅਪ ਕਰ ਦਿੰਦੇ ਹਨ। ਦੂਸਰਾ ਹੈ ਦੇ ਕਾਜ਼ ਪੈਰਾਲਿਸਿਸ ਆਫ ਦਾ ਟਿਸ਼ੂ। ਮਤਲਬ ਟਿਸ਼ੂ ਦਾ ਅਧਰੰਗ ਵੀ ਹੋ ਸਕਦਾ ਹੈ। ਠੀਕ ਹੈ, ਦੇ ਆਰ ਲੀਥਲ ਟੂ ਸਰਟਨ ਸੈਲਸ। ਕੁਝ ਸੈੱਲ ਅਲਟਰਾਸਾਊਂਡ ਨਾਲ ਮਰ ਵੀ ਸਕਦੇ ਹਨ। ਠੀਕ ਹੈ ਜੀ, ਤਾਂ ਮਤਲਬ ਬੇਸਿਕਲੀ ਇਹ ਇਹਦੇ ਡਰਾਬੈਕਸ ਨੇ। ਮੈਂ ਗਲਤੀ ਨਾਲ ਇੱਥੇ ਯੂਜ਼ਸ ਬੋਲਤਾ। ਨੈਕਸਟ ਹੈ ਦੇ ਗੈਟ ਟਰਾਂਸਮਿਟਡ ਇਨ ਦਾ ਬੋਡੀ organs with fluid but are reflected back by the firmer tissue such as bones and cartilage। ਮਤਲਬ ਜਿਹੜੇ ਸੌਫਟ ਫਲੂਇਡ ਵਗੈਰਾ ਹੁੰਦੇ ਨੇ, ਸੌਫਟ ਔਰਗਨਸ ਨੇ, ਉਹਨਾਂ ਵਿੱਚ ਤਾਂ ਟਰਾਂਸਮਿਟ ਹੋ ਜਾਂਦੀਆਂ ਨੇ ਅਲਟਰਾਸਾਊਂਡ ਵੇਵਸ। ਪਰ ਜਿਹੜਾ ਆਪਣਾ ਸਖਤ ਟਿਸ਼ੂ ਹੁੰਦਾ ਹੈ ਜਿਵੇਂ ਕਿ ਬੋਨ ਅਤੇ ਕਾਰਟਿਲੇਜ,
ਉਹ ਇਸ ਵੇਵ ਨੂੰ ਬੈਕ ਰਿਫਲੈਕਟ ਕਰ ਦਿੰਦੇ ਹਨ। ਬੈਕ ਰਿਫਲੈਕਟ ਤੋਂ ਭਾਵ ਹੁੰਦਾ ਕਿ ਉਸ ਨਾਲ ਇਹ ਵੇਵ ਟਕਰਾ ਕੇ ਵਾਪਸ ਆ ਜਾਂਦੀ ਹੈ। ਫਿਰ ਗੱਲ ਕਰੀਏ ਯੂਜ਼ਸ ਦੀ, ਤਾਂ ਯੂਜ਼ਸ ਆਫ ਅਲਟਰਾਸਾਊਂਡ ਇਨ ਮੈਡੀਕਲ ਫੀਲਡ ਇਨਕਲੂਡ ਨੰਬਰ 1 use of ultrasound in dental field. High frequency pressure wave of ultrasound are used for drilling of the tooth by dentist. जो dentist द्वारा tooth ਨੂੰ drilling ਕੀਤਾ ਜਾਂਦਾ ਹੈ ਤਾਂ ਉਸ ਟਾਈਮ ਤੇ ਉਹ ਮਤਲਬ ਜੋ dentist ਹੁੰਦਾ ਹੈ ultrasound waves ਦੀ use ਕਰਦਾ ਹੈ, ਵਰਤੋਂ ਕਰਦਾ ਹੈ। while filling the cavities, dental cavities ਨੂੰ fill ਕਰਦੇ ਹੋਏ drilling ਦੀ ਲੋੜ ਪੈਂਦੀ ਹੈ ਤਾਂ ਉੱਥੇ ultrasound wave ਦੀ use ਹੁੰਦੀ ਹੈ। this drilling using ਅਲਟਰਾਸਾਊਂਡ ਇਜ਼ ਪੇਨਲੈਸ, ਇੱਥੇ ਪੇਨ ਨਹੀਂ ਹੁੰਦੀ, ਡੈਂਟਲ ਪੇਨ ਨਹੀਂ ਹੁੰਦੀ ਐਜ਼ ਕੰਪੇਅਰ ਟੂ ਦਾ ਮਕੈਨੀਕਲ ਡਰਿਲਿੰਗ। ਜਿੱਥੇ ਅਲਟਰਾਸਾਊਂਡ ਵੇਵ ਜਗ੍ਹਾ 'ਤੇ ਦੂਜੇ ਤਰੀਕੇ ਨਾਲ ਡਰਿਲਿੰਗ ਹੁੰਦੀ ਮੈਨੂਅਲ ਤਾਂ ਉੱਥੇ ਪੇਨ ਹੁੰਦੀ ਸੀ, ਬਟ ਅਲਟਰਾਸਾਊਂਡ ਵੇਵ ਨਾਲ ਡਰਿਲਿੰਗ ਕਰਦੇ ਹੋਏ ਡੈਂਟਲ ਪੇਨ ਬਿਲਕੁਲ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਆਪਣਾ ਨੈਕਸਟ ਹੈਗਾ ਗਾ ਅਲਟਰਾਸਾਊਂਡ ਡਾਇਆਥਰਮੀ। ਅਲਟਰਾਸਾਊਂਡ ਵੈਨ ਮੂਵ ਥਰੂ ਦਾ ਟਿਸ਼ੂ ਪ੍ਰੋਡਿਊਸ ਹੀਟ, ਇਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਵੀ ਥੋੜ੍ਹਾ ਜਿਹਾ ਹੀਟ ਅਪ ਕਰ ਦਿੰਦਾ ਟਿਸ਼ੂ ਨੂੰ ਅਲਟਰਾਸਾਊਂਡ। ਐਂਡ ਦਾ ਰੀਜਨ ਆਫ ਕੰਪਰੈਸ਼ਨ and rarefaction, it causes pressure difference in the alternative region of the tissue, ਮਤਲਬ ਟਿਸ਼ੂ ਦੇ ਵੱਖ-ਵੱਖ ਭਾਗਾਂ ਦੇ ਵਿੱਚ ਦਬਾਅ ਨੂੰ ਇਹ ਅਲੱਗ-ਅਲੱਗ ਕਰ ਦਿੰਦਾ ਹੈ। ਠੀਕ ਹੈ ਜੀ, ਮਤਲਬ ਕਿਸੇ ਜਗ੍ਹਾ 'ਤੇ ਵੱਧ ਦਬਾਅ ਹੁੰਦਾ, ਕਿਸੇ ਜਗ੍ਹਾ 'ਤੇ ਘੱਟ ਦਬਾਅ ਹੁੰਦਾ ਹੈ। the pressure wave causes stretching of the stiff region, ਕਈ ਵਾਰ ਆਪਣੇ ਬੋਡੀ ਦੇ ਪਾਰਟ ਜਿਹੜੇ ਸਖਤ ਹੋ ਜਾਂਦੇ ਹਨ ਜਿੱਥੇ ਆਪਾਂ ਨੂੰ ਸਟਰੈਚ ਦੀ ਲੋੜ ਹੁੰਦੀ ਹੈ, ਠੀਕ ਹੈ, ਤਾਂ ਉੱਥੇ ਇਹ ਸਟਰੈਚ ਦੇ ਲਈ ਅਲਟਰਾਸਾਊਂਡ ਨੂੰ ਐਜ਼ ਏ ਥੈਰੇਪੀ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਜਿਹੜੇ ਜੋੜ ਸਟਿਫ ਹੋ ਜਾਂਦੇ ਹਨ, ਇਨਫਲਾਮੇਸ਼ਨ ਜਿੱਥੇ ਸੋਜ ਵਗੈਰਾ ਹੁੰਦੀ ਹੈ ਉਸ ਨੂੰ ਇਹ ਰਿਲੀਫ ਦਿਵਾਉਂਦੀ ਹੈ ਪੇਸ਼ੈਂਟ ਨੂੰ ਉਸ ਕੰਡੀਸ਼ਨ ਤੋਂ। ਓਕੇ, ਹੀਟ ਪ੍ਰੋਡਿਊਸਡ ਹੈਜ਼ ਐਨ ਐਡੀਸ਼ਨਲ ਇਫੈਕਟ ਔਨ ਦਾ ਰਿਲੀਵਿੰਗ ਦਾ ਇਨਫਲਾਮੇਸ਼ਨ, ਮਤਲਬ ਇਸ ਹੀਟ ਦੀ ਪ੍ਰੋਡਕਸ਼ਨ ਕਰਕੇ ਜਿਹੜੀ ਇਨਫਲਾਮੇਸ਼ਨ ਹੁੰਦੀ ਹੈ, ਕੋਈ ਸਵੈਲਿੰਗ ਕੋਈ ਸੋਜ ਹੁੰਦੀ ਹੈ ਉਹ ਘਟ ਜਾਂਦੀ ਹੈ, ਕਿਉਂਕਿ ਬਲੱਡ ਦੀ ਸਪਲਾਈ ਜੋ ਬਲੱਡ ਸਰਕੂਲੇਸ਼ਨ ਹੈ ਅਤੇ ਜੋ ਕੈਪੈਲਰੀ ਦੀ ਪਰਮੀਏਬਿਲਿਟੀ ਹੁੰਦੀ ਹੈ ਉਹ ਚੇਂਜ ਹੋ ਜਾਂਦੀ ਹੈ, ਵੱਧ ਜਾਂਦੀ ਹੈ ਅਲਟਰਾਸਾਊਂਡ ਡਾਇਆਥਰਮੀ ਨਾਲ। ਅਗਲਾ ਆਪਣਾ ਆਉਂਦਾ ਹੈ ਅਲਟਰਾਸਾਊਂਡ ਇਮੇਜਿੰਗ। ਇਟ ਇਜ਼ ਅ ਨੋਨ ਇਨਵੇਜ਼ਿਵ ਟੈਕਨੀਕ। ਨੋਨ ਇਨਵੇਜ਼ਿਵ ਤੋਂ ਭਾਵ ਹੈ ਵੀ ਇਹਦੇ ਨਾਲ ਅਲਟਰਾਸਾਊਂਡ ਇਮੇਜਿੰਗ ਦੇ ਵਿੱਚ ਕੋਈ ਵੀ ਇਹੋ ਜਿਹਾ ਇੰਸਟਰੂਮੈਂਟ ਨਹੀਂ ਹੁੰਦਾ ਜੋ ਸਰੀਰ ਦੇ ਅੰਦਰ ਇਨਸਰਟ ਕੀਤਾ ਜਾਵੇ, ਇਨਵੇਡ ਕੀਤਾ ਜਾਵੇ, ਇਸ ਕਰਕੇ ਇਸ ਨੂੰ ਕਿਹਾ ਜਾਂਦਾ ਨੋਨ ਇਨਵੇਜ਼ਿਵ ਟੈਕਨੀਕ। ਇਹ ਸਿਰਫ ਬਾਹਰੋਂ ਹੀ ਇੱਕ ਜੈਲ ਪਾ ਕੇ ਉਸ ਦੇ ਉੱਪਰ ਜਿਹੜਾ ਹੈਗਾ ਮਤਲਬ ਬਾਹਰੋਂ ਹੀ ਐਪਲੀਕੇਸ਼ਨ ਕੀਤੀ ਜਾਂਦੀ ਹੈ, ਠੀਕ ਹੈ, ਅਪਲਾਈ ਕੀਤੀ ਜਾਂਦੀ ਹੈ ਅਲਟਰਾਸਾਊਂਡ ਥੈਰੇਪੀ ਜਾਂ ਅਲਟਰਾਸਾਊਂਡ ਜੋ ਆਪਾਂ ਕਹਿ ਸਕਦੇ ਕਿ ਮਸ਼ੀਨ ਹੁੰਦੀ ਹੈ, ਠੀਕ ਹੈ, ਉਹਦੀ ਬਾਹਰ ਹੀ ਵਰਤੋਂ ਹੁੰਦੀ ਹੈ, ਸਰੀਰ ਦੇ ਅੰਦਰੂਨੀ ਕੋਈ ਵੀ ਪਾਰਟ ਜਿਹੜਾ ਹੈਗਾ ਇਨਸਰਟ ਨਹੀਂ ਕੀਤਾ ਜਾਂਦਾ, ਇਸ ਕਰਕੇ ਇਸ ਨੂੰ ਬੋਲਿਆ ਜਾਂਦਾ ਹੈ ਨੋਨ ਇਨਵੇਜ਼ਿਵ। ਇਹ ਹਮੇਸ਼ਾ ਯਾਦ ਰੱਖਣਾ ਹੈ। ਐਂਡ ਇਟ ਪ੍ਰੋਡਿਊਸਸ ਇਮੇਜਸ ਆਫ ਇੰਟਰਨਲ ਬੋਡੀ ਸਟਰਕਚਰ, ਬੋਡੀ ਦੇ ਅੰਦਰ ਕੀ ਬਣਤਰ ਹੈ ਕਿਸੇ ਵੀ ਚੀਜ਼ ਦੀ, ਠੀਕ ਹੈ, ਕਿਸੇ ਪਾਰਟ ਦੀ, ਤਾਂ ਉਸ ਦੀਆਂ ਇਮੇਜਸ ਲਈਆਂ ਜਾਂਦੀਆਂ ਹਨ ਅਲਟਰਾਸਾਊਂਡ ਇਮੇਜਿੰਗ ਟੈਕਨੀਕ ਦੇ ਨਾਲ। ਇਨ ਅਲਟਰਾਸਾਊਂਡ ਇਮੇਜਿੰਗ ਟਰਾਂਸਡਿਊਸਰ ਇਜ਼ ਕੈਪਟ ਓਵਰ ਦਾ ਬੋਡੀ ਪਾਰਟ, ਜਿਸ ਪਾਰਟ ਦੀ ਸਕੈਨਿੰਗ ਕਰਨੀ ਹੁੰਦੀ ਹੈ ਉਸ ਦੇ ਉੱਪਰ ਟਰਾਂਸਡਿਊਸਰ ਨੂੰ ਰੱਖਿਆ ਜਾਂਦਾ ਹੈ। ਬੋਡੀ ਕੰਟੇਨ ਲਾਰਜ ਅਮਾਊਂਟ ਆਫ ਲਿਕੁਇਡ, ਆਪਣੀ ਬੋਡੀ 'ਚ ਬਹੁਤ ਸਾਰੀ ਮਾਤਰਾ ਦੇ ਵਿੱਚ ਲਿਕੁਇਡ ਹੁੰਦਾ, ਤਰਲ ਹੁੰਦਾ ਹੈ। ਅਲਟਰਾਸਾਊਂਡ ਵੇਵ ਉਸ ਤਰਲ ਦੇ ਥਰੂ ਟਰਾਂਸਮਿਟ ਕਰਦੀਆਂ ਹਨ, ਠੀਕ ਹੈ, ਥਰੂ ਦਾ ਟਿਸ਼ੂ ਆਫ ਦਾ ਬਲੱਡ ਵੈਸਲਸ ਐਂਡ ਮਸਲਸ। ਹਾਊਐਵਰ ਡੈਂਸਰ ਟਿਸ਼ੂ ਇਸ ਨੂੰ ਟਰਾਂਸਮਿਟ ਨਹੀਂ ਕਰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਹੱਡੀਆਂ ਅਤੇ ਕਾਰਟਿਲੇਜ ਜਿਹੜੇ ਸਖਤ ਟਿਸ਼ੂ ਹੁੰਦੇ ਨੇ ਉਹਨਾਂ ਵਿੱਚ ਦੀ ਇਹ ਟਰਾਂਸਮਿਟ ਨਹੀਂ ਹੁੰਦੀਆਂ, ਮਤਲਬ ਪਾਸ ਨਹੀਂ ਹੁੰਦੀਆਂ। ਸੋ ਦਾ ਰਿਫਲੈਕਟਡ ਵੇਵਸ ਆਰ ਰਿਸੀਵਡ ਬਾਈ ਦਾ ਰਿਸੀਵਰ, ਜਿਹੜੀ ਵੇਵ ਬਾਹਰੋਂ ਰਿਫਲੈਕਟ ਹੋ ਕੇ ਵਾਪਸ ਆਉਂਦੀ ਹੈ ਉਸ ਨੂੰ ਰਿਸੀਵਰ ਰਿਸੀਵ ਕਰਦਾ ਹੈ ਅਤੇ ਟਰਾਂਸਮਿਟ ਕਰਦਾ ਇਨਟੂ ਦਾ ਇਲੈਕਟ੍ਰੀਕਲ ਸਿਗਨਲਸ। ਓਕੇ, ਇਮੇਜਸ ਆਰ ਵਿਊਡ ਔਨ ਦਾ ਵੀਡੀਓ ਮੋਨੀਟਰ, ਮਤਲਬ ਜੋ ਵੀ ਇਮੇਜ ਆਏਗੀ ਉਹ ਮੋਨੀਟਰ ਦੇ ਉੱਪਰ ਆਏਗੀ ਜਿਸ ਨੂੰ ਡਾਕਟਰ ਈਜ਼ੀਲੀ ਦੇਖ ਸਕੇਗਾ ਅਤੇ ਡਾਕਟਰ ਦੇਖ ਕੇ ਆਪਾਂ ਨੂੰ ਦੱਸ ਸਕਦਾ ਹੈ ਕਿ ਉੱਥੇ ਕੋਈ ਪ੍ਰੋਬਲਮ ਹੈ ਇੰਟਰਨਲ ਸਟਰਕਚਰ ਦੇ ਵਿੱਚ ਜਾਂ ਨਹੀਂ। ਨੈਕਸਟ ਹੈ ਕਿ ਜੋ ਅਲਟਰਾਸਾਊਂਡ ਇਮੇਜਿੰਗ ਕੀਤੀ ਜਾਂਦੀ ਹੈ ਇਸ ਦੇ ਵਿੱਚ ਦੋ ਮੋਡ ਹੁੰਦੇ ਨੇ, ਏ ਮੋਡ ਅਤੇ ਬੀ ਮੋਡ। ਏ ਮੋਡ ਪ੍ਰੋਵਾਈਡ 1 ਡਾਇਮੈਂਸ਼ਨਲ ਪਿਕਚਰ, ਇਹ ਸਿਰਫ ਇੱਕ ਡਾਇਮੈਂਸ਼ਨ ਤੋਂ ਹੀ ਪਿਕਚਰ ਸ਼ੋਅ ਕਰਦਾ ਹੈ। ਦਿਸ ਮੋਡ ਇਜ਼ ਇਨਫੋਰਮੇਟਿਵ ਅਬਾਊਟ ਦਾ ਟਿਸ਼ੂ ਇੰਟਰਫੇਰੈਂਸ ਐਂਡ ਟਿਸ਼ੂ ਇੰਟਰਫੇਸ ਐਂਡ ਡਿਸਟੈਂਸ, ਮਤਲਬ ਟਿਸ਼ੂ ਦਾ ਫਰੰਟ ਕਿਸ ਤਰ੍ਹਾਂ ਦਿਖਦਾ ਹੈ, ਟਿਸ਼ੂ ਦੀ ਡਿਸਟੈਂਸ ਕਿੰਨੀ ਹੈ, ਸਿਰਫ ਉਹ ਇਸ ਤੋਂ ਪਤਾ ਲੱਗਦਾ ਏ ਮੋਡ ਤੋਂ। ਇਟ ਇਜ਼ ਹੈਲਪਫੁਲ ਇਨ ਡਿਟੈਕਟਿੰਗ ਦਾ ਬ੍ਰੇਨ ਐਂਡ ਬਲਬ ਆਫ ਦਾ ਆਈ। ਓਕੇ, ਮਤਲਬ ਬ੍ਰੇਨ ਜਾਂ ਆਈ ਦੇ ਬਲਬ ਨੂੰ ਦੇਖਣ ਦੇ ਲਈ ਏ ਮੋਡ ਦੀ ਸਕੈਨਿੰਗ ਕੀਤੀ ਜਾਂਦੀ ਹੈ। ਬੀ ਸਕੈਨ ਮੈਥਡ ਓਬਟੇਨ 2 ਡਾਇਮੈਂਸ਼ਨਲ ਪਿਕਚਰ, ਇਹ 2D ਪਿਕਚਰ ਦਿੰਦਾ ਹੈ ਇੰਟਰਨਲ ਔਰਗਨ ਦੀ। ਸੀ ਪਾਰਟ ਦਾ ਆਪਣਾ ਪੁਆਇੰਟ ਹੈ ਅਲਟਰਾਸਾਊਂਡ ਇਮੇਜਿੰਗ ਇਜ਼ ਯੂਜ਼ਡ ਫॉर ਇਮੇਜਿੰਗ ਆਫ ਦਾ ਫੀਟਸ,
मतलब बच्चेदानी के अंदर जो बच्चा पल रहा होंदा है तो उसकी स्थिति को जानने के लिए भी अल्ट्रासाउंड इमेजिंग की जाती है। नैक्सट इट इज़ यूज फॉर डायग्नोसिस ऑफ वेरीअस डिजीज़ सच एज किडनी दी कोई स्टोन होवे, गॉल ब्लैडर जिन्होंने पित्ते की पत्थरी कह दें, गॉल ब्लैडर स्टोन, ठीक है, लीवर सिरोसिस जिन्होंने फैटी लीवर कहा जाता है। इस तरह कोई इंटस्टाइन के अंदर ब्लॉकेज होवे तो उन्होंने डिटैक्ट करने के लिए भी अल्ट्रासाउंड इमेजिंग यूज़ की जाती है। इस तरह जोड़े ऑप्थैल्मोलॉजिस्ट डॉक्टर होंगे ने, जो अखां के डॉक्टर होंगे ने, मतलब दे ऑल्सो यूज अल्ट्रासाउंड टू गैट इनफॉर्मेशन अबाउट द थिकनेस ऑफ लेंस, लेंस की मोटाई को जानने के लिए अल्ट्रासाउंड यूज़ करते हैं ऑप्थैल्मोलॉजिस्ट यानी कि अखां के डॉक्टर। इस तरह वो यूज़ करते हैं टू नो द डैप्थ ऑफ द कॉर्निया टू द लेंस, ठीक है, कॉर्निया अख का एक पार्ट होंगे, उसकी डूंघाई जानने लिए भी अल्ट्रासाउंड वरती जाती है। इस तरह डिस्टेंस टू द रेटिना, ठीक है, विस्कोसिटी ऑफ विट्रस ह्यूमर, अख के दो तरह के ह्यूमर, दो तरह के लिक्विड होंगे हैं, एक नूं कहा जाता है एक्वस ह्यूमर, दूजे नूं कहा जाता है विट्रस ह्यूमर। तो विट्रस ह्यूमर की स्थिति जानने वास्ते भी डॉक्टर जो ऑप्थैल्मोलॉजिस्ट होंगे ने वो अल्ट्रासाउंड की वरतों करते हैं। नैक्सट अपना कॉन्सैप्ट आता है ईको कार्डियोग्राफी। ये दिल की स्थिति जानने वास्ते की जाती है, बहुत महत्वपूर्ण टैसट है दिल की स्थिति को जानने के लिए। जो भी कार्डियोलॉजिस्ट होंगे ने वो ज़्यादातर इसनों अपना एडवाइस जरूर करते हैं पेशेंट को। इट इज़ एम स्कैन मैथड इन विच द मोशन ऑफ द इंटरनल ऑर्गन, क्योंकि दिल गतिशील होंदा है, दिल की धड़कन को जांचना बड़ा जरूरी होंदा है। सो गतिशीलता जांचने के लिए इत्थे लिखा गया है एम स्कैन, एम तो भाव है मोशन, ओके। सो इंटरनल साइड मतलब जी हैगी बॉडी के अंदर जोड़ा हार्ट है जो बीट कर रहा होंदा है तो उसकी बीटिंग स्टेज को ही जांचना ईको कार्डियोग्राफी कहता है। नैक्सट आंदा डॉपलर इफैक्ट। द प्रिंसीपल ऑफ डॉपलर इफैक्ट इज़ यूज्ड फॉर दिस परपस, मतलब ईको कार्डियोग्राफी दे विच जो प्रिंसीपल है वह है डॉपलर इफैक्ट। अकॉर्डिंग टू डॉपलर इफैक्ट द फ्रीक्वेंसी ऑफ द साउंड वेव रिसीव्ड बाय द रिसीवर इज़ डिफरेंट फ्रॉम इट्स एक्चुअल फ्रीक्वेंसी, मतलब जो रिसीवर साउंड वेव को रिसीव करता है उसकी जो फ्रीक्वेंसी होंगी है वो एक्चुअल फ्रीक्वेंसी तो असल फ्रीक्वेंसी तो अलग होंगी है। वैन द ऑब्जैक्ट एंड द रिसीवर आर इन मोशन, जो दोनों मोशन के होंगे विद रिस्पैक्ट टू ईच अदर, द अपेरेंट फ्रीक्वेंसी इनक्रीजेस ऑन डिक्रीजिंग द डिस्टेंस बिटवीन द सोर्स एंड द रिसीवर, मतलब सोर्स और रिसीवर के विचाले जो डिस्टेंस है उसनों घटाने के नाल जो अपेरेंट फ्रीक्वेंसी है वो वध होंदी है अते वाइसी वर्सा तो भाव होंदा है भी जे आपां डिस्टेंस बढ़ावांगे तो फ्रीक्वेंसी घट जाएगी। सो इन ईकोकार्डियोग्राफी अल्ट्रासाउंड सिग्नल्स आर ट्रांसमिटेड इनटू द टिश्यू एट अ स्पैसीफाइड फ्रीक्वेंसी, ओके। ईकोकार्डियोग्राफी के विच अल्ट्रासाउंड सिग्नल्स ट्रांसमिट किए जाते हैं टिश्यू के विच, यानी कि कार्डिक टिश्यू के विच एट अ स्पैसीफिक फ्रीक्वेंसी यूजिंग द ट्रांसड्यूसर की वरतों करके। द चेंज इन द वेलोसिटी ऑफ द अल्ट्रासाउंड गिव्स एन अकाउंट ऑफ द ब्लड फ्लो वेलोसिटी, मतलब जी वेलोसिटी चेंज दिखाई देगी तो उस तो पता लगे आपको ब्लड फ्लो की वेलोसिटी कि ब्लड कितनी गति नाल फ्लो कर रहा है। रिस्पॉन्स टू द अल्ट्रासाउंड वेव ऑफ स्पैसीफिक फ्रीक्वेंसी आर सीन ऑन द कैथोड रे ट्यूब, जिसको CRT कहा जाता है। इमेजेस आर ऑबटेन्ड विच आर यूजफुल इन डायग्नोस्टिक प्रोसीजर अबाउट द एबनॉर्मल हार्ट वाल्व, मतलब जोड़े दिल के वाल्व होंगे ने अगर वो एबनॉर्मल होणगे, मतलब वो सही स्थिति में नहीं होणगे तो उसकी जाँच ईकोकार्डियोग्राफी द्वारा की जा सकती है। इस तरह वाल्व तो इलावा वास्कुलर एबनॉर्मैलिटी यानी कि वैसल्स के नाल संबंधित एबनॉर्मैलिटीज़ को भी जांचा जा सकता है। पल्मोनरी स्टेनोसिस लंग्स नाल संबंधित प्रॉब्लम्स को भी ईकोकार्डियोग्राफी द्वारा जांचा जा सकता है। नैक्सट है ईको एनसेफेलोग्राफी। एनसेफेलो तो भाव होंदा है हैड। अल्ट्रासाउंड्स आर यूज्ड टू डिटैक्ट द ब्रेन ट्यूमर, ब्रेन के कैंसर के ट्यूमर को जांचने के लिए इलैक्ट्रो एनसेफेलोग्राफी की जाती है। अल्ट्रासाउंड वेव्स आर सेंट टू द टू हाफ्स ऑफ द ब्रेन के दो सैपरेट हाफ के विच अल्ट्रासाउंड वेव्स को भेजा जाता है। द इकोस फ्रॉम द वन साइड आर कंपेयर टू दैट ऑफ द अदर साइड, सो दोनों आपस कंपेयर किया जाता है तो फिर नॉर्मल के नाल भी कंपेयर किया जाता है। जे नॉर्मल के कंपैरेटिव इको घट होवे तो वह इंडीकेट करती है कि ब्रेन के विच कोई प्रॉब्लम है, ओके। हैंस अल्ट्रासाउंड हैव न्यूमरस यूजस इन द मैडिकल फील्ड, सो अल्ट्रासाउंड दियाँ मैडिकल फील्ड के विच बहुत ज़्यादा यूजस हैं।
ਤੇ ਡਾਇਗਨੋਸਟਿਕ ਪਰਪਸ ਦੇ ਤੌਰ 'ਤੇ ਇਹ ਇੱਕ ਤਰ੍ਹਾਂ ਦਾ ਬੂਨ ਯਾਨੀ ਕਿ ਵਰਦਾਨ ਸਾਬਿਤ ਹੋ ਰਿਹਾ ਹੈ ਬਹੁਤ ਸਾਰੀ ਬਿਮਾਰੀਆਂ ਦੀ ਜਾਂਚ ਦੇ ਲਈ। ਸੋ ਦਿਸ ਵਾਜ਼ ਆਲ ਅਬਾਊਟ ਦਾ ਅਲਟਰਾਸਾਊਂਡ ਐਂਡ ਇਟਸ ਯੂਜ਼ਸ। ਸੋ ਕੋਸ਼ਿਸ਼ ਕੀਤੀ ਹੈ ਪੰਜਾਬੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਜਾ ਸਕੇ। ਕੋਈ ਵੀ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ। ਸੋ ਸਾਰਿਆਂ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ, ਕਿਉਂਕਿ ਸਮੁੱਚੇ YouTube ਉੱਪਰ ਜਿੰਨੇ ਵੀ ਚੈਨਲ ਹਨ, ਕੋਈ ਵੀ ਚੈਨਲ ਤੁਹਾਨੂੰ ਪੰਜਾਬੀ ਦੇ ਵਿੱਚ ਮੈਡੀਕਲ ਪੈਰਾਮੈਡੀਕਲ ਦੀ ਤਿਆਰੀ ਨਹੀਂ ਕਰਾ ਸਕਦਾ। ਤੇ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਵੇਗਾ। ਥੈਂਕ ਯੂ, ਥੈਂਕਸ ਫॉर ਵਾਚਿੰਗ।